इंडियन टाइमिंग इतने भी चलती है। हाँ जी करिए शुरू। मान साहब ਤੁਸੀਂ ਤਾਂ ਸਭ ਤੋਂ ਪਹਿਲਾਂ ਆਏ, ਮੈਂ ਗੱਡੀ 'ਚ ਬੈਠਾ ਦੇਖ ਰਿਹਾ। So guys, what do you want to do? Questions and answers, or you just want me to मतलब कि मैं मूवी बारे दस्सां कि तुसी सवाल करना चाਹੁੰਦੇ ਹੋ मैं मूवी बारे दस्सां? So हाँ, so basically ਕੱਲ ਨੂੰ ਰਿਲੀਜ਼ ਹੋ ਰਹੀ ਹੈ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। So ਇਹ you know the meme ਜਿਹੜਾ ਬਹੁਤ ਵਾਇਰਲ ਹੋਇਆ ਸੀਗਾ, this guy ਉਹ ਆਪਣੀ ਬੇਸਮੈਂਟ ਵਿੱਚ ਗਿਆ ਸੀਗਾ and ਉੱਥੇ I mean he was a landlord and students ਨੇ ਉੱਥੇ ਗਾ ਪਾਇਆ ਹੋਇਆ ਸੀਗਾ like after party ਦੇ ਡੱਬੇ and all that stuff। So ਉਹਨੇ ਰਿਕਾਰਡ ਕਰਕੇ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, meaning students। ਸੋ ਉੱਥੋਂ ਇਹ ਟਾਈਟਲ ਪਿਕ ਕੀਤਾ ਗਿਆ ਹੈ। ਇਟਸ ਬੇਸਿਕਲੀ ਸਟੂਡੈਂਟਸ ਵਰਸਸ ਪੱਕੇ। ਸੋ ਜਿਹੜਾ ਮੇਰਾ ਕਿਰਦਾਰ ਹੈ ਕਿਰਨ ਦਾ, ਦ ਟਿਪੀਕਲ ਕਿਰਨ, ਉਹ ਸ਼ੀ ਇਜ਼ ਲਾਈਕ ਅ ਮੈਰਿਡ ਵੂਮਨ, 2 ਬੱਚੇ ਨੇ, ਵਕੀਲ ਹੈ, ਹਸਬੈਂਡ ਹੈ, ਮਦਰ ਹੈ, ਯੂ ਨੋ। ਐਂਡ ਇੱਧਰ ਹੈਗੇ ਨੇ ਸਾਡੇ ਸਟੂਡੈਂਟਸ ਜੋ ਹੈ ਜੱਸੀ ਗਿੱਲ, ਇਮਰਾਨ ਅਸ਼ਰਫ ਐਂਡ ਆਲ ਆਫ ਦੈਮ। ਸੋ ਇਹਨਾਂ ਵਿੱਚ ਜਿਹੜਾ ਇੱਕ ਕੋਲਡ ਵਾਰ ਚੱਲਦਾ ਰਹਿੰਦਾ ਆ ਬਿਕਾਜ਼ ਦੇ ਫੀਲ ਸਟੂਡੈਂਟਸ ਇਹਨਾਂ ਨੂੰ ਨਹੀਂ ਸਮਝ ਪਾਉਂਦੇ ਅਤੇ ਇਹ ਜਿਹੜੇ ਪੱਕੇ ਹੁੰਦੇ ਨੇ, ਥੋੜ੍ਹੇ ਜਿਹੇ ਮੈਚੋਰ ਲੋਕ ਹੁੰਦੇ ਨੇ ਵਿਦ ਕਿਡਸ ਐਂਡ ਵਰਕ, ਉਹ ਉਹਨਾਂ ਨੂੰ ਨਹੀਂ ਸਮਝ ਪਾਉਂਦੇ। ਸੋ ਦੈਟ ਉਹ ਸਾਰਾ ਜਿਹੜਾ ਦਿਖਾਇਆ ਫਰਮਾਇਆ ਗਿਆ ਹੈ, ਇਟਸ ਆਲ ਥਰੂ ਕਾਮੇਡੀ, ਯੂ ਨੋ, ਕਿ ਉਹਨਾਂ 'ਚ ਕੀ ਕੋਮਿਕਲ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ ਨੇ ਐਂਡ ਹਾਊ ਦੇ ਹੈਵ ਦਿਸ ਲਾਈਕ ਹੇਟ ਟੂਵਰਡਸ ਵਨ ਅਨਦਰ। ਵਿਚਕਾਰ ਇਹਦੇ ਇੱਕ ਸਿਚੁਏਸ਼ਨ ਹੁੰਦੀ ਹੈ, ਇਟਸ ਬੇਸਿਕਲੀ ਸਟੂਡੈਂਟ ਡੈਪੋਟੇਸ਼ਨ। ਆਈ ਥਿੰਕ ਕਾਫੀ ਰੈਲੇਵੈਂਟ ਹੈ ਫॉर ਕੈਨੇਡਾ ਐਂਡ ਆਸਟ੍ਰੇਲੀਆ। ਸੋ ਇੱਕ ਕੁੜੀ ਹੁੰਦੀ ਹੈ ਐਂਡ ਉਹਨੂੰ ਬੇਸਿਕਲੀ ਗਵਰਨਮੈਂਟ ਕਹਿੰਦੀ ਹੈ ਯੂ ਕੈਨ ਬੀ ਡਿਪੋਰਟਡ ਬਿਕਾਜ਼ ਤੇਰਾ ਪੇਪਰ ਵਰਕ ਕਰੈਕਟ ਨਹੀਂ ਹੈਗਾ। ਐਂਡ ਆਈ ਥਿੰਕ ਇਹ ਬਹੁਤ ਹੁੰਦਾ ਵੀ ਹੈ ਕਿ ਏਜੰਟਸ ਨੂੰ ਬਹੁਤ ਸਾਰੇ ਪੈਸੇ ਦੇ ਕਰ ਸਟੂਡੈਂਟਸ ਇੱਥੇ ਆ ਜਾਂਦੇ ਨੇ, ਬਾਅਦ ਵਿੱਚ ਗਵਰਨਮੈਂਟ ਕਹਿੰਦੀ ਹੈ ਕਿ ਜੀ ਤੁਹਾਡਾ ਪੇਪਰ ਵਰਕ ਠੀਕ ਨਹੀਂ ਹੈਗਾ, ਹੁਣ ਤੁਸੀਂ ਵਾਪਸ ਜਾਓ। ਐਂਡ ਆਪਾਂ ਨੂੰ ਨਹੀਂ ਪਤਾ ਕਿ ਫੈਮਲੀਜ਼ ਨੇ ਕਿੱਦਾਂ ਉਹ ਸਟੂਡੈਂਟਸ ਨੂੰ ਭੇਜਿਆ ਆ, ਜ਼ਮੀਨ ਵੇਚ ਕਰ, ਘਰ ਵੇਚ ਕੇ, ਲੋਨ ਲੈ ਕਰ। ਸੋ ਇਹਦੇ ਇਰਦ ਗਿਰਦ ਫਿਰ ਇੱਕ ਯੂ ਨੋ ਇਮੋਸ਼ਨਲ ਡਰਾਮਾ ਚੱਲਦਾ ਹੈ ਅਗੇਂਸਟ ਦ ਗਵਰਨਮੈਂਟ ਕਿ ਇਟਸ ਨਾਟ ਦ ਗਰਲਸ ਫਾਲਟ ਬਿਕਾਜ਼ ਉਹ ਸੁਇਸਾਈਡਲ ਹੋ ਜਾਂਦੀ ਆ। ਹੁਣ ਮੈਂ ਪੂਰੀ ਸਟੋਰੀ ਨਹੀਂ ਦੱਸਣੀ ਕਿਉਂਕਿ ਮੈਂ ਆਲਮੋਸਟ ਦੱਸ ਰਹੀ ਹਾਂ, ਬਟ ਇਟਸ ਅ ਵੈਰੀ ਰੈਲੇਵੈਂਟ ਸਬਜੈਕਟ ਜੋ ਅਸੀਂ ਕਾਮੇਡੀ ਨਾਲ ਵੀ ਇਹਨੂੰ ਮਤਲਬ ਬਿਕਾਜ਼ ਆਈ ਨੋ ਪੰਜਾਬੀਜ਼ ਆਲਵੇਜ਼ ਵਾਂਟ ਕਿ ਕਾਮੇਡੀ ਵੀ ਹੋਵੇ। ਮੈਂ ਇੱਕ ਵਾਰੀ ਆਪਣੀ ਮੰਮੀ ਨੂੰ ਮੂਵੀ ਦਿਖਾਉਣ ਗਏ ਸੀ, ਦਾਣਾ ਪਾਣੀ, ਇਨਫੈਕਟ ਆਈ ਮੈਂਸ਼ਨ ਦ ਨੇਮ। ਸ਼ੀ ਵਾਜ਼ ਲਾਈਕ ਵੈਸੇ ਮੂਵੀ ਵਧੀਆ ਪਰ ਮੈਨੂੰ ਹਾਸਾ ਨਹੀਂ ਆਇਆ। ਆਈ ਵਾਜ਼ ਲਾਈਕ ਬਦਲ ਜਾਓ ਯੂ ਨੋ, ਯੂ ਵਾਂਟ ਕਿ ਅਸੀਂ ਸਿਨੇਮਾ 'ਚ ਚੇਂਜ ਲੈ ਕੇ ਆਈਏ, ਸਾਰਾ ਕੁਝ ਹੀ ਹਾਹਾ ਨਾ ਹੋਵੇ। ਬਟ ਦੈਨ ਆਈ ਥਿੰਕ ਐਕਸਪੈਕਟੇਸ਼ਨ ਵੀ ਹੁੰਦੀ ਹੈ ਕਿ ਕਾਮੇਡੀ ਹੋਣੀ ਚਾਹੀਦੀ ਹੈ, ਸਾਨੂੰ ਮਤਲਬ ਹੱਸਣਾ ਹਸਾਉਣਾ ਪੰਜਾਬੀਆਂ ਨੂੰ ਮਤਲਬ ਇਟਸ ਹੈਜ਼ ਟੂ ਬੀ ਡਨ। ਸੋ ਇਹਦੇ ਵਿੱਚ ਉਹ ਵੀ ਹੈ, ਦ ਹੱਸਣਾ ਹਸਾਉਣਾ is there also, and then the emotional touch and the relevant subject, the actual issue जो बहुत relevant है, that's also there. That's why ਆਪਾਂ ਮਤਲਬ trailer ਵਿੱਚ ਵੀ ਲਿਖਿਆ ਹੋਇਆ ਕਿ inspired by true events. So that is it. So basically it's like a true story, reality with जो आजकल हो रहा है। Yeah, basically yeah. It's a Canadian story. पूरी कनाडा में shoot हुई है, Blue Mountain and Toronto, and it's as we tried कि जिन्ना इन्हू real रख सकिए उन्ना real रखिए ताकि it's relatable and relevant for 2025. ਮੈਨੂੰ ਰੂਪਨ ਬਾਲ ਇਜ਼ ਦ ਡਾਇਰੈਕਟਰ ਐਂਡ ਹੀ ਕੈਪਟ ਸੇਇੰਗ ਟੂ ਮੀ ਮੈਂ ਹਾਲੀਵੁੱਡ ਪੰਜਾਬੀ ਮੂਵੀ ਬਣਾਉਣੀ ਆ। ਮੈਂ ਕਿਹਾ ਹਾਲੀਵੁੱਡ ਪੰਜਾਬੀ ਮੂਵੀ ਕੀ ਹੁੰਦੀ ਹੈ? ਹੀ ਵਾਜ਼ ਲਾਈਕ ਕਿ ਮੈਂ ਬਾਰ ਰੇਜ਼ ਕਰਨਾ ਹੈ ਕਿ ਪੰਜਾਬੀ ਤਾਂ ਰੱਖਣੀ ਹੈ ਬਟ ਜੋ ਕੈਨੇਡੀਅਨ ਪੰਜਾਬੀਜ਼ ਲਈ ਰੈਲੇਵੈਂਟ ਹੈ, ਜੋ ਇੱਥੇ ਚੱਲ ਰਿਹਾ ਆ, ਜੋ ਉਹ ਐਕਚੁਅਲ ਵਿੱਚ ਹੁੰਦਾ ਆ। ਸੋ ਵਾਜ਼ ਲਾਈਕ ਠੀਕ ਹੈ ਬਣਾਉਂਦੇ ਆ। ਯਾ ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਇਹੀ ਕਹਿਣਾ ਵੀ ਦੇਖਣ ਜਾਇਓ ਜੀ ਟਾਈਮ ਤੋਂ ਟਾਈਮ ਕੱਢ ਕੇ ਸਾਰੇ, ਤੁਹਾਨੂੰ ਪਤਾ ਲੱਗੇਗਾ। ਚੜ੍ਹਦੀ ਕਲਾ ਵਾਲੇ ਪੰਜਾਬੀਆਂ ਦੀ ਫਿਲਮ ਹੈ ਨਾ ਜੀ, ਇੱਕ ਦੂਜੇ ਵਾਸਤੇ ਖੜ੍ਹਦੇ ਵੀ ਨੇ, ਥੋੜ੍ਹਾ ਲੜਦੇ ਵੀ ਨੇ ਨਾ, ਫਿਰ ਵੀ ਰਿਸ਼ਤੇ ਆਪਣੇ ਨੇ, ਆਪਣਾ ਖੂਨ ਹੈ ਨਾ। ਤੋ ਤੁਹਾਨੂੰ ਵਧੀਆ ਲੱਗੇਗੀ। ਨਿਰਮਲ ਰਿਸ਼ੀ ਜੀ ਨੇ ਵਿੱਚ, ਨਾਸਰ ਚਨੌਟੀ ਸਾਹਿਬ ਤੇ ਲਵਲੀ ਕੁਹਾਲੀ, ਹੋਰ ਬਹੁਤ ਸਾਰੇ ਆਰਟਿਸਟ ਨੇ, ਜੱਸੀ ਗਿੱਲ, ਰਣਜੀਤ ਬਾਵਾ। ਹਾਂਜੀ ਤੁਸੀਂ ਵੀ ਮੈਂ ਵੀ ਹਾਂ। ਹਾਂਜੀ ਮੈਂ ਵੀ। ਅੱਛੀ ਫਿਲਮ ਹੈ ਜੀ। ਰੂਪਨ ਬਾਲ ਡਾਇਰੈਕਟਰ ਦੀ ਫਿਲਮ ਹੈ, ਉਹਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਜੀ। ਸਾਰਿਆਂ ਨੂੰ ਜੋੜਿਆ, ਇੱਕ ਪਰਿਵਾਰ ਬਣਾਇਆ। ਤੇ ਰੂਪਨ ਬਾਲ ਉਹਨਾਂ ਨੂੰ ਪਹਿਲਾਂ ਤੁਸੀਂ ਕਿੰਨੇ ਵਧੀਆ ਉਹਨਾਂ ਨੇ ਗਾਣੇ ਕੀਤੇ ਆ, ਤੁਸੀਂ ਸਾਰੇ ਜਾਣਦੇ ਹੋ। ਪਹਿਲੀ ਫਿਲਮ ਹੈ। ਇੱਕ ਅਸੀਂ ਕਾਫੀ ਸਾਲ ਪਹਿਲਾਂ ਇਕੱਠਿਆਂ ਨੇ ਫਿਲਮ ਕੀਤੀ ਸੀ, ਬਾਈ ਜੀ ਤੁਸੀਂ ਘੈਂਟ ਹੋ, ਉਹਦੇ 'ਚ ਉਹ ਹੀਰੋ ਆਏ ਸੀ। ਉਹ ਫਿਰ 10 ਸਾਲ ਤੋਂ ਬਾਅਦ ਹੁਣ ਫਿਰ ਆਪ ਡਾਇਰੈਕਟਰ ਇਹ ਫਿਲਮ ਪਹਿਲੀ ਵਾਰ ਕਰ ਰਹੇ। ਪਹਿਲਾਂ ਉਹਨਾਂ ਨੇ ਪੰਜਾਬੀ ਫਿਲਮ ਕੀਤੀ ਹੈ ਇੱਕ ਪੰਜਾਬ ਦੇ ਵਿੱਚ ਤੇ ਐਕਟਰ ਦੇ ਤੌਰ ਤੇ। ਮਤਲਬ ਤੁਹਾਡਾ ਕੀ ਰੋਲ ਹੈ ਉੱਥੇ ਪਰਦੇ? ਮੈਂ ਗਵਾਂਢੀ ਹਾਂ ਜੀ ਇਹਨਾਂ ਦਾ। ਗਵਾਂਢੀ? ਅਨੋਇੰਗ ਗਵਾਂਢੀ। ਮੈਂ ਪੰਜਾਬ ਪੁਲਿਸ ਨਹੀਂ ਜੀ, ਮੈਂ ਉੱਧਰੋਂ ਪੰਜਾਬ ਪੁਲਿਸ ਤੋਂ ਆਇਆ ਹੋਇਆ। ਪੰਜਾਬ ਪੁਲਿਸ 'ਚ ਸੀਗਾ ਉੱਥੇ ਨਾ,
ਉਰੇ ਆ ਕੇ ਵੀ ਮੈਂ ਉਹੀ ਮਾਹੌਲ ਭਾਲਦਾ। ਵਾਈਫ ਹੈਗੀ ਆ ਮੇਰੀ ਇੱਧਰ ਵਾਲੀ ਹੈ ਨਾ, ਜਿਵੇਂ ਉਹ ਕਾਫੀ ਸਿਹਤਮੰਦ ਹੈਗੀ ਹੈ, ਉਹਦੇ ਨਾਲ ਮੇਰੀ ਨੋਕ ਝੋਕ ਚੱਲਦੀ ਰਹਿੰਦੀ ਹੈ। ਕਈ ਵਾਰ ਕਈ ਜਗ੍ਹਾ ਤੇ ਡਰੈਸ ਅਪ ਹੋ ਕੇ ਜਾਣਾ ਹੁੰਦਾ, ਉੱਥੇ ਪੁਲਿਸ ਦੀ ਵਰਦੀ ਪਾ ਕੇ ਚਲਾ ਜਾਂਦਾ। ਉਹ ਫਿਰ ਖਿੱਚਦੀ ਹੈ ਵੀ ਇਹ ਕੀ ਚੱਕਰ ਹੈ ਨਾ, ਉੱਦਾਂ ਦੀ ਗੱਲਬਾਤ ਸਾਡੀ ਚੱਲਦੀ ਰਹਿੰਦੀ ਹੈ। ਦੇ ਵਿੱਚ ਛੋਟੇ ਬੱਚੇ ਵੀ ਨੇ। ਹਾਂਜੀ ਪਿੱਛੇ ਨਾ which ones? ਦੋਨੋਂ ਮੇਰੇ ਨੇ। this is ਹਾਂਜੀ ਅਸੀਂ ਇਹ couple ਮੁੰਡੇ ਨੇ ਨੇ। ਬੜਾ ਅੱਛਾ ਕੰਮ ਕੀਤਾ। these two ਇਹ our ਅੱਛਾ ਬੱਚੇ, ਇਹ ਨੇ ਆਪਣੇ ਸਟੂਡੈਂਟ। ਹਾਂਜੀ। ਇਹ ਵਕੀਲ ਹੁੰਦੇ ਨੇ ਜਿਹੜੇ ਮੇਰੇ ਮਤਲਬ ਜਦੋਂ ਅਸੀਂ ਲੜਦੇ ਹਾਂ by the end of it Nimorishima is my mother ਡਾਇਰੈਕਟਰ ਸਾਹਿਬ ਦੀ ਬੇਟੀ ਹੈ ਰੂਪਾ। yeah and then we've got Sanktar, he's ਉਹ ਵੀ ਇੱਕ ਅਲੱਗ ਹੀ ਸ਼ੇਡ ਵਿੱਚ ਹੈ Sanktar, so yeah ਨਾਸਰ ਚਨੌਟੀ ਸਾਹਿਬ ਦਾ ਬੜਾ ਵਧੀਆ yeah ਉਹ ਸਟੂਡੈਂਟਸ ਨਾਲ ਰਹਿੰਦੇ ਨੇ, ਉਹ ਆਪਣੀ ਵਾਈਫ ਨੂੰ ਲੱਭ ਰਹੇ ਹੁੰਦੇ ਨੇ ਜੋ ਭੱਜ ਗਈ ਹੁੰਦੀ ਹੈ ਪਤਾ ਨਹੀਂ ਕਿੰਨੇ ਟਾਈਮ ਤੋਂ। yeah so it's like that। ਇਹਨੂੰ ਸਟੂਡੈਂਟਸ ਦਾ ਜਿਹੜਾ ਰੰਗ ਹੈ ਆਪਾਂ ਨੂੰ ਪਤਾ ਕਿ ਚਲੋ ਇਹ ਹੋ ਰਿਹਾ ਸਾਰਾ ਕੁਝ, ਇਹਨੂੰ ਪੋਜ਼ਿਟਿਵ ਨੋਟ ਤੇ ਛੱਡਣ ਦੀ ਕੋਸ਼ਿਸ਼ ਕੀਤੀ ਹੈ ਜਾਂ ਨੈਗੇਟਿਵ? ਆਪਾਂ ਇਹ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਥੋੜੇ ਮੈਚੁਰ ਲੋਟ ਹੈ ਉਹਨਾਂ ਨੂੰ ਸਮਝਾਉਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਸਟੂਡੈਂਟਸ, ਉਹਨਾਂ ਦੀ ਉਮਰ ਹੈ ਇਹ 20 ਤੋਂ ਲੈ ਕੇ 24 ਤੱਕ, ਜਿੱਥੇ ਉਹਨਾਂ ਨੇ ਪਾਰਟੀਆਂ ਵਗੈਰਾ ਕਰਨੀਆਂ ਹੀ ਹੈ, ਦੇ ਹੈਵ ਦੈਟ ਇਹੀ ਉਮਰ ਹੁੰਦੀ ਹੈ ਇਹ ਸਭ ਕਰਨ ਦੀ। ਐਂਡ ਸੋ ਉਹਨਾਂ ਨੂੰ ਆਈ ਵੁੱਡ ਸੇ ਕਿ ਆਪਾਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਵੱਡੇ ਨੇ ਉਹ ਥੋੜ੍ਹੇ ਜਿਹੇ ਸਟੂਡੈਂਟਸ ਨੂੰ ਸਮਝਣ, ਅਤੇ ਜਿਹੜੇ ਸਟੂਡੈਂਟਸ ਹੈ ਉਹ ਵੱਡਿਆਂ ਨੂੰ ਸਮਝਣ ਕਿ ਆਪਾਂ ਇੱਥੇ ਬੈਲੈਂਸ ਕਿੱਥੇ ਕ੍ਰੀਏਟ ਕਰਨਾ ਹੈ। ਠੀਕ ਹੈ, ਜੇ ਤੁਸੀਂ ਪਾਰਟੀ ਵੀ ਕਰਨੀ ਹੈ ਐਟਲੀਸਟ ਇੱਕ ਸਮਝੌਤਾ ਕਰ ਲਓ ਕਿ 5 ਵਜੇ ਤੱਕ ਨਾ ਕਰਿਓ, 12 ਵਜੇ ਤੱਕ ਕਰ ਲਓ, 1 ਵਜੇ ਤੱਕ ਕਰ ਲਓ, ਲਾਈਕ ਦੈਟ ਕਾਈਂਡ ਆਫ ਅ ਥਿੰਗ। ਐਂਡ ਰਲ ਮਿਲ ਕੇ ਸਾਥ ਜਿੱਦਾਂ ਦੋਨੋਂ ਚੱਲੋ, ਨਾਟ ਕਿ ਬਸ ਉਹ ਉਹਨਾਂ ਨੂੰ ਮਾੜੇ ਕਹੀ ਜਾਣ ਅਤੇ ਉਹਨਾਂ ਨੂੰ ਮਾੜੇ ਕਹੀ ਜਾਣ। ਬਿਕੋਜ਼ ਵਾਟਸ ਹੈਪਨਿੰਗ ਇਜ਼ ਕਿ ਫਿਰ ਐਜ਼ ਅ ਕਮਿਊਨਿਟੀ ਉਹ ਸਟੂਡੈਂਟਸ ਹੋਣ ਜਾਂ ਮੈਚੋਰਡ ਲੋਟ ਹੋਵੇ, ਫਿਰ ਗੋਰੇ ਆਪਾਂ ਨੂੰ ਮਾੜੇ ਕਹਿੰਦੇ ਨੇ ਸਾਰਿਆਂ ਨੂੰ ਕਿ ਤਾਂ ਇੰਡੀਅਨਸ ਨੂੰ ਤਾਂ ਕੁਝ ਪਤਾ ਹੀ ਨਹੀਂ, ਤਾਂ ਹੈ ਹੀ ਇੱਦਾਂ ਦੇ। ਉਹ ਫਿਰ ਉਮਰ ਨਹੀਂ ਦੇਖਦੇ, ਉਹ ਇਹ ਨਹੀਂ ਦੇਖਦੇ ਕਿ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਫਿਰ ਇਹ ਇੱਥੇ ਦਾ ਲਾਈਕ NRI ਜਿੱਦਾਂ ਬੋਰਨ ਐਂਡ ਰੇਜ਼ਡ ਹੇਅਰ ਕਾਈਂਡ ਆਫ ਅ ਪਰਸਨ ਹੈ। ਸੋ ਪੋਜ਼ੀਟਿਵ ਨੋਟ 'ਤੇ ਹੈ ਕਿ ਦੋਨਾਂ ਦੇ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਦਿਖਾਇਆ ਕਿ ਦੋਨੋਂ ਗਲਤ ਵੀ ਹੋ ਸਕਦੇ ਨੇ, ਸਟੂਡੈਂਟਸ ਕਦੇ ਜ਼ਿਆਦਾ, ਅਤੇ ਸਮਟਾਈਮਸ ਜਿਹੜੇ ਸਟੂਡੈਂਟਸ ਇਨੋਸੈਂਟ ਵੀ ਹੁੰਦੇ ਆ ਬਿਕੋਜ਼ ਉਹ ਸਟੂਡੈਂਟਸ ਨੇ। ਹੁਣ ਉਹ ਇੱਕ ਡੱਬੇ 'ਚ ਲਾਈਕ ਇੱਕ ਟਾਈਪ ਕਾਸਟ ਵਿੱਚ ਪੈ ਗਏ ਨੇ ਕਿ ਸਟੂਡੈਂਟਸ ਤਾਂ ਹੈ ਹੀ ਖਰਾਬ। ਸੋ ਬੇਸ਼ੱਕ ਵਿਚਾਰਾ ਸਿਰਫ ਆਪਣੀ ਪੜ੍ਹਾਈ ਤੇ ਆਪਣਾ ਕੰਮ ਕਰੇ, ਬਟ ਉਹਨੂੰ ਵੀ ਉਹੀ ਆਪਾਂ ਨਜ਼ਰ ਨਾਲ ਦੇਖਦੇ ਹਾਂ। ਸੋ ਦੋਨੋਂ ਪੱਖ ਨੇ। ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਹੈ, ਜਿਹੜਾ ਕੈਨੇਡੀਅਨ ਜੋ ਇੱਥੇ ਹੋ ਰਿਹਾ ਹੈਗਾ ਸਿਸਟਮ ਦੇ ਵਿੱਚ, ਇਮੀਗ੍ਰੇਸ਼ਨ ਦੇ ਵਿੱਚ ਸਾਰਾ ਕੁਝ, ਕਿ ਇਹਦੇ ਵਿੱਚ ਕੁਝ ਬੈਕ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੋਂ ਓਰੀਜਨਲੀ ਆ ਰਹੇ ਹੈਗੇ ਆ ਪੰਜਾਬ ਤੋਂ, ਉਹ ਵੀ ਕੁਝ ਇਸ਼ੂ ਵਿੱਚ ਰੇਜ਼ ਕੀਤੇ ਹੈਗੇ? we didn't shoot the ਪੰਜਾਬ part ਕਿ ਆਪਾਂ ਪੰਜਾਬ ਸ਼ੂਟ ਕੀਤਾ, ਬਟ ਆਪਾਂ ਬੈਕ ਤੋਂ ਇਹੀ ਦਿਖਾਇਆ ਹੈ ਕਿ ਜਿਹੜੇ ਸਟੂਡੈਂਟਸ ਆਉਂਦੇ ਨੇ ਉਹ ਏਜੰਟਸ ਨਾਲ ਤਾਂ ਪੰਜਾਬ ਤੋਂ ਹੀ ਕਨੈਕਟ ਕਰਕੇ ਇੱਥੇ ਆਉਂਦੇ ਨੇ, ਸੋ ਦੈਟ ਪਾਰਟ ਇਜ਼ ਦੇਅਰ ਕਿ ਉਹ ਹੁਣ ਇੱਥੇ ਆ ਕੇ ਜਦੋਂ ਸਟਕ ਹੋ ਜਾਂਦੇ ਨੇ ਦੇ ਕਾਂਟ ਦੇ ਨਾਟ ਟੂ ਬਲੇਮ, ਬਿਕਾਜ਼ ਕਦੇ ਕਦੇ ਏਜੰਟ ਨੂੰ ਕਨੈਕਟ ਵੀ ਨਹੀਂ ਕਰ ਪਾਉਂਦੇ ਦੁਬਾਰਾ ਟੂ ਫਿਗਰ ਆਊਟ ਕਿ ਕਰਨਾ ਕੀ ਹੈ ਅੱਗੇ। ਸੋ ਉਹ ਦਿਖਾਇਆ ਗਿਆ ਹੈ। ਹਾਂਜੀ, ਤੇ ਜਿਹੜੀ ਤੁਹਾਡੀ ਸਟੋਰੀ ਹੈਗੀ ਹੈ ਮੂਵੀ ਦੀ, ਇਹ ਕਿਸੇ ਨੋਵਲ ਤੋਂ ਇਨਸਪਾਇਰਡ ਹੈਗੀ ਹੈ ਜਾਂ ਕੋਈ ਮੂਵੀ? ਕੈਨੇਡਾ ਤੋਂ ਇੰਸਪਾਇਰਡ ਹੈ। ਅਸਲੀ ਮੁੱਦੇ ਨੇ ਜੋ Yes. ਕਹਾਣੀਆਂ ਇੱਥੇ true events ਤੋਂ ਇੰਸਪਾਇਰਡ ਹੈ, ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਚੱਲਦਾ ਆ ਰਿਹਾ ਹੈ। So what's the moral of the story like? I think ਉਹ ਵੀ ਤੁਸੀਂ ਕਹਿ ਸਕਦੇ ਕਿ ਮੂਵੀ ਦੇਖ ਕੇ moral of the story you'll understand, but I think it's about understanding, understanding students ਨੂੰ ਅੰਡਰਸਟੈਂਡ ਕਰਨਾ, ਤੇ ਉਹਨਾਂ ਨੂੰ ਸਟੂਡੈਂਟਸ ਹੈਵ ਟੂ ਅੰਡਰਸਟੈਂਡ ਦੀ ਅਦਰ ਸਾਈਡ। ਇੱਦਾਂ ਨਹੀਂ ਕਿ ਤੁਸੀਂ ਆਪਸ ਵਿੱਚ ਹੀ ਲੜੀ ਜਾਓ। ਐਜ਼ ਅ ਕਮਿਊਨਿਟੀ ਆਪਾਂ ਇੱਕ ਹਾਂ, ਇਟ ਡਜ਼ਨਟ ਮੈਟਰ ਉਮਰ ਕੀ ਹੈ। ਦਿਸ 40s and 50s and there's 20s and 30s, ਸੋ ਜਿਹੜੇ ਸਟੂਡੈਂਟਸ ਵੀ ਨੇ ਉਹ ਆਪਣੇ ਹੀ ਨੇ। So it's about how as a community, regardless of the age, we have to stick together. ਜਿੱਥੇ ਸਟੂਡੈਂਟ ਗਲਤ ਜਾ ਰਿਹਾ ਹੈ, ਮੇਬੀ ਉਹਨੂੰ ਹਮੇਸ਼ਾ ਨਫ਼ਰਤ ਨਾਲ ਨਹੀਂ, ਪਿਆਰ ਨਾਲ ਵੀ ਆਪਾਂ ਸਮਝਾ ਸਕਦੇ ਹਾਂ, ਬਿਕਾਜ਼ ਹੈ ਕਿ ਤਾਂ ਜਵਾਕ ਹੀ ਆ, ਲਾਈਕ 20-24 ਇਜ਼ ਨਥਿੰਗ, ਐਂਡ ਸਟੂਡੈਂਟਸ ਨੂੰ ਇਹ ਸਿਖਾਇਆ ਜਾ ਰਿਹਾ ਕਿ ਵੱਡਿਆਂ ਦੀ ਇੱਜ਼ਤ ਕਰਕੇ ਉਹਨਾਂ ਨੇ ਵੀ ਤਾਂ ਦੁਨੀਆ ਦੇਖੀ ਹੋਈ ਆ, ਸੋ ਉਹਨਾਂ ਦੀ ਗੱਲ ਵੀ ਥੋੜ੍ਹੀ ਸੁਣੋ, ਜਸਟ ਡੋਂਟ ਬੀ ਲਾਈਕ ਵਟਐਵਰ ਇੱਦਾਂ ਕਰਨਾ ਹੀ ਹੈ, ਸੋ ਇਹ ਆ ਥੋੜ੍ਹਾ ਜਿਹਾ ਮੋਰਲ ਆਫ ਦ ਸਟੋਰੀ। ਐਂਡ ਆਲਸੋ ਦੈਟ ਸਟੂਡੈਂਟਸ ਆਰਨਟ ਸਾਰੇ ਸਟੂਡੈਂਟਸ ਰੋਂਗ ਨਹੀਂ ਹੈਗੇ, ਐਂਡ ਖਾਸ ਕਰਕੇ ਜਿਹੜਾ ਸਟੂਡੈਂਟ ਡੈਪੂਟੇਸ਼ਨ ਹੋ ਰਿਹਾ ਆ ਉਹਦੇ ਵਿੱਚ
ਥੋੜਾ ਉਹਨਾਂ ਦੇ ਹੱਕ ਵਿੱਚ ਹੈ ਕਿ ਉਹਨਾਂ ਦੀ ਗਲਤੀ ਨਹੀਂ ਹੈ ਕਿ ਉਹਨਾਂ ਕੋ ਪੇਪਰ ਵਰਕ ਜਾਂ ਜੋ ਵੀ ਹੈ ਉਹਨਾਂ ਕੋ ਇੰਨੀ ਅੰਡਰਸਟੈਂਡਿੰਗ ਆ, ਮਾਂ-ਬਾਪ ਕੋ ਇੰਨੀ ਅੰਡਰਸਟੈਂਡਿੰਗ ਨਹੀਂ ਸੀ ਕਿ ਆਪਾਂ ਕ੍ਰਾਸ ਚੈੱਕ ਕਰੀਏ, ਕੰਟਰੈਕਟਸ ਕਰੀਏ, ਯੂ ਨੋ। ਸੋ ਦੈਨ ਹਾਊ ਕੈਨ ਯੂ ਗਾਈਜ਼ ਜਸਟ ਸੇ ਕਿ ਨਿਕਲੋ ਹੁਣ ਤੁਸੀਂ। Basically, like struggle side. ਸਟਰਗਲ ਸਾਈਡ ਦੇਰ ਉਹਨਾਂ ਦੀਆਂ ਕਮੀਆਂ ਤੇ ਉਹਨਾਂ ਦੀਆਂ ਕੁਆਲਿਟੀਜ਼ ਦੋਨਾਂ ਦੀਆਂ ਐਜ਼ ਅ ਕਮਿਊਨਿਟੀ। So since ਤੁਸੀਂ obviously ਹੁਣ ਇਹ ਮੂਵੀ ਬਣਾਉਂਦੇ ਸਾਰ you went through ਕਿ ਮਤਲਬ ਤੁਹਾਨੂੰ ਇੱਕ ਆਈਡੀਆ ਲੱਗਿਆ ਕਿ what students go through, what are their pros, what are their cons, ਉਹ ਕੀ ਕਰਦੇ ਨੇ, ਕੀ ਵਧੀਆ, ਕੀ ਗਲਤ ਕੰਮ ਕਰਦੇ ਨੇ। What is one advice you would give to whoever student that's watching the news that so that they can ਮਤਲਬ ਉਹ ਠੀਕ ਹੋ ਜਾਣ ਜਾਂ ਗਲਤ ਕੰਮ ਨਾ ਕਰਨ। So what is one advice? ਸੀ ਮੈਂ ਇਹ ਤਾਂ ਨਹੀਂ ਕਹਾਂਗੀ ਕਿ ਡੋਂਟ ਲਿਵ ਯੋਰ ਲਾਈਫ ਐਂਡ ਜਸਟ 24 ਘੰਟੇ ਤੁਸੀਂ ਪੜ੍ਹਾਈ ਕਰੋ ਐਂਡ 24 ਘੰਟੇ ਆਪਣਾ ਮਤਲਬ ਮਿਹਨਤ ਕਰਦੇ ਰਹੋ, ਬਿਕਾਜ਼ ਆਈ ਨੋ ਦੈਟ ਇੱਕ ਉਮਰ ਹੁੰਦੀ ਹੈ ਵੇਅਰ ਯੂ ਵਾਂਟ ਟੂ ਹੈਵ ਫਨ, ਯੂ ਵਾਂਟ ਟੂ ਗੋ ਆਊਟ, ਯੂ ਵਾਂਟ ਟੂ ਮੇਕ ਫਰੈਂਡਸ, ਐਂਡ ਉਹ ਵੀ ਜ਼ਰੂਰੀ ਹੁੰਦੀ ਹੈ ਉਹ ਉਮਰ ਐਂਡ ਆਲ ਡੂਇੰਗ ਇਟ ਆਲਸੋ। ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਡੋਂਟ ਲਿਵ ਵੀਕ ਟੂ ਵੀਕ, ਮੰਥ ਟੂ ਮੰਥ, ਯੂ ਨੋ ਇੱਕ ਗੋਲ ਸੈੱਟ ਕਰੋ, ਸੋਚੋ ਕਿ 1 ਸਾਲ ਦੇ ਅੰਦਰ ਮੈਂ ਕੀ ਅਚੀਵ ਕਰਨਾ ਹੈ। ਜੇ ਪੜ੍ਹਨ ਆਏ ਹੋ ਮੇਕ ਸ਼ੋਰ ਉਹ ਪੜ੍ਹਾਈ ਕੰਪਲੀਟ ਕਰੋ। ਬੇਸ਼ੱਕ ਤੁਸੀਂ ਸਾਈਡ 'ਤੇ ਕੰਮ ਕਰ ਰਹੇ ਹੋ, ਬਿਕਾਜ਼ ਆਈ ਅੰਡਰਸਟੈਂਡ ਕਿ ਬਹੁਤ ਐਕਸਪੈਂਸਿਵ ਹੈ ਇੱਥੇ ਰਹਿਣਾ ਐਂਡ ਉਹਨਾਂ ਨੂੰ ਨਾਲ ਦੀ ਨਾਲ ਉਹ ਵੀ ਮੈਂ ਉਹ ਵੀ ਦੇਖਿਆ ਸੀਗਾ ਮਤਲਬ ਸਾਡੇ ਸੈੱਟ 'ਤੇ ਹੀ ਕਾਫੀ ਸਟੂਡੈਂਟ ਸੀਗੇ ਜਿਹੜੇ ਕੰਮ ਕਰ ਰਹੇ ਸੀ, ਉਹੀ ਦੱਸ ਰਹੇ ਸੀਗੇ ਕਿ ਅਸੀਂ 6 ਕੁੜੀਆਂ ਇਕੱਠੀਆਂ ਰਹਿੰਦੀਆਂ, 7 ਕੁੜੀਆਂ ਇਕੱਠੀਆਂ ਰਹਿੰਦੀਆਂ ਇਨ ਵਨ ਰੂਮ। ਠੀਕ ਹੈ, ਇਹ ਸਟਰਗਲ ਹੈ ਐਂਡ ਇਹ ਸਟਰਗਲ ਜ਼ਰੂਰੀ ਵੀ ਹੈ, ਪਰ ਇਹਦੇ ਤੋਂ ਸਿੱਖੋ। ਇਟ ਡਜ਼ਨਟ ਮੈਟਰ ਜੇ ਤੁਸੀਂ 20 ਤੋਂ ਲੈ ਕੇ 25 ਤੱਕ ਬਹੁਤ ਸਟਰਗਲ ਕਰ ਰਹੇ ਹੋ, ਉਹ ਸਟਰਗਲ ਨੇ ਹੀ ਤੁਹਾਨੂੰ ਸਟਰੋਂਗ ਬਣਾਉਣਾ ਹੈ। ਬਸ ਉਹ ਸਟਰਗਲ ਨੂੰ ਆਪਣੀ ਪਿਟੀ ਸਟੋਰੀ ਨਾ ਬਣਾ ਲਿਓ ਕਿ ਹਾਏ ਮੇਰੇ ਨਾਲ ਤਾਂ ਇੱਦਾਂ ਹੋ ਗਿਆ, ਮੇਰੇ ਨਾਲ ਤਾਂ ਇੱਦਾਂ ਹੋ ਗਿਆ। ਸਾਡੇ ਮਾਂ-ਬਾਪ ਨੇ ਪਤਾ ਨਹੀਂ ਕੀ ਕੁਝ ਕੀਤਾ ਸੀ ਜਦੋਂ ਉਹ ਆਏ ਸੀਗੇ ਸਾਡੇ ਲਈ। ਜਦੋਂ ਮੇਰੇ ਮਮ ਡੈਡ ਜਦੋਂ ਇੰਗਲੈਂਡ ਗਏ ਸੀਗੇ ਉਹਨਾਂ ਨੇ ਵੀ ਬਹੁਤ ਸਟਰਗਲ ਕੀਤਾ ਹੈ। ਅੱਜ ਅਸੀਂ ਇਸ ਲਾਇਕ ਹਾਂ ਕਿ ਅਸੀਂ ਇੱਥੇ ਬੈਠ ਕੇ ਕੁਝ ਗੱਲ ਕਰ ਸਕਦੇ ਹਾਂ ਕਿਸੇ ਨਾਲ, ਬਿਕਾਜ਼ ਉਹਨਾਂ ਨੇ ਸਟਰਗਲ ਕੀਤਾ ਹੈ। ਸੋ ਇੱਕ ਜਨਰੇਸ਼ਨ ਨੂੰ ਸੈਕਰੀਫਾਈਸ ਕਰਨਾ ਹੀ ਪੈਂਦਾ ਹੈ, ਅਤੇ ਜੇ ਤੁਹਾਡੀ ਫੈਮਿਲੀ 'ਚੋਂ ਤੁਸੀਂ ਹੋ ਦੈਨ ਮੇਕ ਸ਼ੋ ਉਹ ਵਿਅਰਥ ਨਾ ਜਾਵੇ। ਵਾਕਈ ਮਿਹਨਤ ਕਰਿਓ, ਪੜ੍ਹ ਲਿਖ ਜਾਇਓ ਐਂਡ ਸਾਈਡ 'ਤੇ ਕੰਮ ਕਰ ਰਹੇ ਹੋ, ਯੈਸ ਉਹਦੇ ਵਿੱਚੋਂ ਕੁਝ ਸੇਵ ਕਰੋ, ਬੇਸ਼ੱਕ ਹੁੰਦਾ ਵੀ ਨਹੀਂ, ਬੇਸ਼ੱਕ ਉਹ $10 ਕਿਉਂ ਨਾ ਹੋਵੇ, ਸੇਵ ਕਰਕੇ ਫਿਰ ਸੋਚੋ ਅੱਗੇ ਜਾ ਕਰ ਕੇ ਮੈਂ ਇਹਦੇ ਨਾਲ ਹੁਣ ਕੀ ਕਰ ਸਕਦਾ ਜਾਂ ਕੀ ਕਰ ਸਕਦੀ ਹਾਂ। ਮੈਂ ਇੱਕ ਸਾਈਟ 'ਤੇ ਗਈ ਸੀਗੀ ਇਨ ਆਸਟ੍ਰੇਲੀਆ ਜਿੱਥੇ ਉਹ ਕੰਸਟਰਕਸ਼ਨ ਜਿਹੀ ਹੋ ਰਹੀ ਸੀ ਨਾ, ਉੱਥੇ 4-5 ਸਟੂਡੈਂਟ ਕਰ ਰਹੇ ਸੀਗੇ ਕੰਮ ਐਂਡ I was talking to all of them, and ਜਦੋਂ ਮੈਂ ਨਿਕਲ ਰਹੀ ਸੀ ਉੱਥੋਂ ਮੈਂ ਸੋਚਿਆ ਕਿ ਉਹ ਜਿਹੜਾ ਸਟੂਡੈਂਟ ਹੈ ਨਾ ਇਹਨੇ ਬਿਲਡਰ ਬਣਨਾ ਹੈ, ਬਿਕਾਜ਼ ਆਫ ਦ ਕੌਨਫੀਡੈਂਸ ਹੀ ਹੈਡ, ਹੈ ਨਾ, ਬਿਕਾਜ਼ ਆਈ ਕੁਡ ਸੀ ਦੈਟ ਹੀ ਇਜ਼ ਰੀਅਲੀ ਇਨਟੂ ਇਟ। ਉਹ ਪੜ੍ਹਾਈ ਲਈ ਵੀ ਵਧੀਆ ਸੀ ਐਂਡ ਉਹਨੂੰ ਸਭ ਕੁਝ ਪਤਾ ਲੱਗ ਰਿਹਾ ਸੀਗਾ ਐਂਡ ਹਜੇ ਉਹਨੂੰ ਸਿਰਫ 2-3 ਮਹੀਨੇ ਹੋਏ ਸੀ ਕਿ ਉਹ ਕੰਮ ਕਰ ਰਿਹਾ ਉਸ ਸਾਈਟ 'ਤੇ। ਸੋ ਹੈਵ ਡਰੀਮਸ। ਕੋਈ ਵੀ ਡਰੀਮ ਐਡਾ ਵੱਡਾ ਨਹੀਂ ਹੁੰਦਾ ਕਿ ਤੁਸੀਂ ਅਚੀਵ ਨਹੀਂ ਕਰ ਸਕਦੇ। ਮੇ ਬੀ ਟਾਈਮ ਲੱਗ ਜਾਂਦਾ ਹੈ, 5 ਸਾਲ ਲੱਗ ਜਾਣ, 10 ਸਾਲ ਲੱਗ ਜਾਣ, ਬਟ ਹੈਵ ਡਰੀਮਸ ਐਂਡ ਫੁਲਫਿਲ ਦਮ। ਮਿਹਨਤ ਕਰੋ। ਆਈ ਥਿੰਕ ਆਪਣੀ ਜਨਰੇਸ਼ਨ ਥੋੜ੍ਹੀ ਆਲਸੀ ਆ। ਸਾਡੇ ਮਮ ਡੈਡ ਦੀ ਜਨਰੇਸ਼ਨ ਉਹ ਤਾਂ ਮਤਲਬ ਡਬਲ ਸ਼ਿਫਟਸ ਲਗਾਉਣੀਆਂ ਐਂਡ ਆਲ ਦੈਟ। ਆਪਾਂ ਥੋੜ੍ਹੇ ਢਿੱਲੇ ਆ ਆਈ ਫੀਲ। ਸੋ ਮਿਹਨਤ ਕਰੋ ਜਿੱਦਾਂ ਆਪਣੇ ਮਾਂ ਬਾਪ ਨੇ ਕੀਤਾ ਸੀ। ਹਾਂਜੀ ਮੂਵੀ ਕਰਦੇ ਦੌਰਾਨ ਬਹੁਤ ਕਿਉਂਕਿ ਗੈਪ ਬਹੁਤ ਜ਼ਿਆਦਾ ਪੈ ਚੁੱਕਾ ਇੰਟਰਨੈਸ਼ਨਲ ਸਟੂਡੈਂਟਸ ਤੇ ਜਿਹੜੇ ਕੈਨੇਡੀਅਨ ਲੋਕ ਇੱਥੇ ਰਹਿ ਰਹੇ ਹੈਗੇ ਆ। ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡੇ ਪੇਰੈਂਟਸ ਨੇ ਬੜੀ ਸਟਰਗਲ ਕੀਤੀ ਹੈ। ਸੋ ਜੇ ਅਸੀਂ ਗੱਲ ਕਰੀਏ ਜਦੋਂ ਅਸੀਂ ਆਏ ਸੀ ਪੇ ਜਿਹੜੀ $5 ਤੇ ਵੀ ਕੰਮ ਸਟਾਰਟ ਕੀਤਾ ਹੈਗਾ ਕਾਫੀ ਲੋਕਾਂ ਨੇ, ਔਰ ਹੁਣ ਤੇ ਪੇ ਵੇਜਸ ਰੇਟ ਵੀ ਕਾਫੀ ਗੁੱਡ ਹੈਗੀ ਹੈ, ਪਰ ਉਹਦੇ ਨਾਲ ਨਾਲ ਸਮਾਂ ਚੇਂਜ ਹੋ ਗਿਆ ਤੇ ਬਹੁਤ ਕੁਝ ਐਕਸਪੈਂਸਿਵ ਵੀ ਹੋ ਗਿਆ। ਹੁਣ ਲਾਈਫ ਸਟਾਈਲ ਡਿਫਰੈਂਟ ਹੈ। ਤੁਸੀਂ ਕਿਸੇ ਨੂੰ ਸਮਝਾ ਰਹੇ ਆ, ਬੇਸ਼ੱਕ ਉਹ ਪੁਰਾਣਾ ਇੱਥੇ ਕਾਫੀ ਟਾਈਮ ਤੋਂ ਰਹਿ ਰਿਹਾ, ਕੋਈ ਸੁਣਨਾ ਨਹੀਂ ਚਾਹ ਰਿਹਾ। ਇਵਨ ਤੁਹਾਡੇ ਆਪਣੇ ਬੱਚੇ ਨਹੀਂ ਸੁਣਨਾ ਚਾਹ ਰਹੇ। ਪਹਿਲਾਂ ਬੱਚੇ ਪੇਰੈਂਟਸ ਤੋਂ ਡਰਦੇ ਹੁੰਦੇ ਸੀ, ਹੁਣ ਪੇਰੈਂਟਸ ਬੱਚਿਆਂ ਤੋਂ ਡਰ ਰਹੇ ਨੇ। 100% 100% ਮੁੱਦੇ ਬਹੁਤ ਸੈਂਸਿਟਿਵ ਹੈ। ਜਿਵੇਂ ਸੀਚ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਆਲਾ ਕਿਸਮ ਦਾ ਰੋਲ ਕੀਤਾ ਸੀ ਜਿਹੜਾ ਮੈਂ ਬੜਾ ਪਸੰਦ ਕੀਤਾ ਕਿ ਤੁਸੀਂ ਬਾਅਦ ਵਿੱਚ ਉਹ ਮੂਵੀ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੋਇਆ ਕਿ ਕਈ ਵਾਰੀ ਅਸੀਂ ਸਿਰਫ ਕਹਿੰਦੇ ਆ ਕਿ ਇਹ ਕੁੜੀ ਨੇ ਧੋਖਾ ਕੀਤਾ, ਪਰ ਉਹ ਧੋਖੇ ਦੀ ਵਜ੍ਹਾ ਕੀ ਸੀ। ਸੋ ਇਹੋ ਜਿਹੇ ਬਹੁਤ ਸਾਰੇ ਹੋਣਗੇ ਇਸ ਵੇਲੇ ਤੇ ਮੂਵੀ ਦੇਖਣ ਤੋਂ ਬਾਅਦ ਹੀ ਪਤਾ ਲੱਗੂ। ਪਰ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਇਸ ਮੁੱਦੇ ਦੇ ਉੱਤੇ, ਇਸ ਸੈਂਸਿਟਿਵ ਇਸ਼ੂ ਦੇ ਉੱਤੇ ਜੋ ਚੱਲ ਰਿਹਾ ਇਹਦੇ ਤੇ ਕੰਮ ਕਰਕੇ ਆਉਂਦੇ ਸੀ? ਮੈਨੂੰ ਪਹਿਲਾਂ ਜਦੋਂ ਮੈਂ ਸ਼ੂਟ ਕਰ ਰਹੀ ਸੀਗੀ ਐਂਡ ਮੈਂ ਜ਼ਿਆਦਾ ਹੀ ਸਟੂਡੈਂਟਸ ਨਾਲ ਲੜ ਰਹੀ ਸੀ ਜਾਂ ਫਿਰ ਜ਼ਿਆਦਾ ਹੀ ਕੁਝ ਕਹਿ ਰਹੀ ਸੀ ਕਿ ਸਟੂਡੈਂਟਸ ਨੂੰ ਆਹ ਨਹੀਂ ਆਉਂਦਾ, ਉਹ ਨਹੀਂ ਆਉਂਦਾ, ਐ ਮੈਂ ਫਿਰ ਰੂਪਨ ਨੂੰ ਕਹਿ ਰਹੀ ਸੀ ਕਿ ਮੈਨੂੰ ਤਾਂ ਨਹੀਂ ਗਾਲਾਂ ਪੈਣੀਆਂ ਮਤਲਬ ਸਟੂਡੈਂਟਾਂ ਤੋਂ, ਉਹੀ ਤਾਂ ਨਹੀਂ ਮੇਰੇ ਖਿਲਾਫ ਹੋ ਜਾਣ ਕਿ ਆਈ ਵੱਡੀ ਆ ਹੈ। ਪਰ ਫਿਰ ਉੱਧਰੋਂ ਵੀ ਆ ਰਿਹਾ ਸੀਗਾ। ਸੋ ਅਸੀਂ ਬੈਲੈਂਸ ਰੱਖਿਆ। ਸੋ ਜੇ ਮੈਂ ਕੁਝ ਕਹਿ ਰਹੀ ਹਾਂ ਤਾਂ ਫਿਰ ਉਹ ਵੀ ਦੱਸ ਰਹੇ ਨੇ ਕਿ
ਮਤਲਬ ਤੁਹਾਨੂੰ ਨਹੀਂ ਪਤਾ ਹੈਗਾ ਕਿ ਸਾਡੇ ਕਿੰਨੇ ਸਟਰਗਲਸ ਹੁੰਦੇ ਨੇ। ਫਿਰ ਸਟੂਡੈਂਟਸ ਆਪਣੇ ਸਟਰਗਲਸ ਦੱਸਦੇ ਨੇ, ਫਿਰ ਮੈਂ ਆਪਣੇ ਸਟਰਗਲਸ ਦੱਸਦੀ ਹਾਂ। ਉਹ ਥੋੜਾ ਅਸੀਂ ਬੈਲੈਂਸ ਕਰ ਲਿਆ, ਬਟ ਬਾਕੀ ਦੇਖਦੇ ਹਾਂ ਹੁਣ ਸਟੂਡੈਂਟਸ ਕਿੱਦਾਂ ਇਹਨੂੰ ਲੈਂਦੇ ਨੇ। ਉਹ ਇਹ ਗੱਲ ਬਾਕੀ ਮੂਵੀ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਿਵਿਊਜ਼ ਵਿੱਚ ਕੀ ਕਹਿੰਦੇ ਨੇ, ਕੀ ਉਹਨਾਂ ਦਾ ਟੇਕ ਹੈ ਇਹਦੇ ਤੇ। ਸਾਹਿਬ ਜਿਵੇਂ ਫਿਲਮ ਮੇਕਰ ਤੁਹਾਡੇ ਤੋਂ ਮਿਲਦੇ ਰਹਿੰਦੇ ਆ, ਹਾਂਜੀ। ਜਿਵੇਂ ਹੁਣ ਰਣਜੀਤ ਬਾਵਾ ਜਾਂ ਜੱਸੀ ਗਿੱਲ ਆ ਜਾਂ ਸਾਰੇ ਲਗਭਗ ਜਾਣੇ ਪਛਾਣੇ ਚਿਹਰੇ, ਹਾਂਜੀ। ਸਟੂਡੈਂਟ ਦੇ ਬਰੈਂਪਟਨ ਵਾਲੇ ਪਾਸੇ ਤੁਸੀਂ ਇਹਨੂੰ ਸ਼ੂਟ ਕੀਤਾ, ਉੱਥੇ ਬਹੁਤ ਜ਼ਿਆਦਾ ਬ੍ਰਿਲੀਅੰਟ ਮੈਨੂੰ ਲੱਗਦਾ ਸਟੂਡੈਂਟ ਬੈਠੇ ਜਿਹੜੇ ਖੁਦ ਸਟੂਡੈਂਟ ਵੀ ਨੇ, ਉਹਨਾਂ ਨੂੰ ਰੋਲ ਨਹੀਂ ਕਰਨ ਦੀ ਲੋੜ ਪੈਣੀ, Yeah. ਉਹ ਹਟਾ ਰਹੇ ਹਾਂਜੀ ਕਿ ਕਦੇ ਕਦਾਈ ਉਹਨਾਂ ਨੂੰ ਮੌਕਾ ਦੇ ਦੇਣਾ ਚਾਹੀਦਾ। ਕਿਉਂਕਿ ਮੈਨੂੰ ਯਾਦ ਆ ਮੈਂ ਇੱਕ ਵੈਬ ਸੀਰੀਜ਼ ਬਣਾਈ ਸੀ ਸਟੂਡੈਂਟ ਕੋਟਾ, ਹਾਂਜੀ ਔਰ ਉਹ ਸਾਰੇ ਸਟੂਡੈਂਟ ਸੀ ਯਾਰ, ਉਹਨਾਂ ਨੂੰ ਕਿਸੇ ਨੂੰ ਸਕ੍ਰਿਪਟ ਨਹੀਂ ਦੇਣੀ ਪਈ, ਕਿਸੇ ਨੂੰ ਰੋਲ ਨਹੀਂ ਕਰਾਉਣਾ ਪਿਆ, ਉਹ ਇੱਕ ਦਿਨ ਚ 2 ਦਿਨਾਂ ਚ ਵਾਇਰਲ ਹੁੰਦੀ ਚਲੇਗੀ। ਉਹ ਜੀ ਹਾਂਜੀ ਕੋਈ ਇਦਾਂ ਦਾ ਮੈਨੂੰ ਲੱਗਦਾ, ਕਿਉਂਕਿ ਉਹ ਐਕਸਪੀਰੀਅੰਸ ਉਹਨਾਂ ਦਾ ਜਿਹੜਾ ਹੈਗਾ, ਸ਼ਾਇਦ ਇੱਕ ਸਕ੍ਰਿਪਟ ਲਿਖਦਾ, ਸ਼ਾਇਦ ਉਹ ਚੀਜ਼ਾਂ ਨੂੰ ਭਾਵਨਾਤਮਕ ਤੌਰ ਤੇ ਨਾ ਸਮਝਦਾ ਹੋਵੇ। ਜੀ, ਜੀ। ਇਹ ਕਰ ਨਹੀਂ ਲੈਣਾ ਚਾਹੀਦਾ ਕਦੇ ਕਦੇ, ਨਾਲੇ ਲੋਕਾਂ ਨੂੰ ਲੱਗਣ ਕਿ ਸਟੂਡੈਂਟ ਨੇ। ਇਹਦੇ ਚ ਹੈਗੇ ਆ ਜੀ ਲਵਲੀ ਕੋਹਾਲੀ ਤੇ 1-2 ਹੋਰ ਮੁੰਡੇ ਹੈਗੇ ਆ ਜਿਹੜੇ ਸਟੂਡੈਂਟ ਨੇ, ਤੇ ਉਹਨਾਂ ਨੇ ਬਹੁਤ ਅੱਛਾ ਕੰਮ ਕਰਿਆ, ਸੋਸ਼ਲ ਮੀਡੀਆ ਤੇ ਵੀ ਅੱਛਾ ਕੰਮ ਕਰ ਰਹੇ ਆ ਉਹ, ਤੇ ਉਹ ਹੈਗੇ ਆ ਇਸ ਫਿਲਮ ਦੇ ਵਿੱਚ ਲਏ ਆ ਰੂਪਨ ਵੱਲੋਂ ਉਹਨਾਂ ਨੇ। ਤੇ ਉਦਾਂ ਵੀ ਕਾਫੀ ਸਟੂਡੈਂਟ ਉੱਥੇ ਆਉਂਦੇ ਰਹਿੰਦੇ ਸੀ ਦੇਖਣ ਵਾਸਤੇ, ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਸੀ। Can you tell something about yourself, like how you have come into this industry? How I came from England, I went to Bombay, ਫਿਰ ਉੱਥੇ ਜਾ ਕੇ ਮੈਂ ਗੂਗਲ ਕੀਤਾ how to become an actress. I'm not joking. In India, ਫਿਰ ਉੱਥੇ ਮੈਂ ਦੇਖਿਆ ਕਿ ਕਾਸਟਿੰਗ ਏਜੰਸੀ ਸੀਗੀਆਂ ਐਂਡ ਜਿਹੜੇ ਟੈਲੈਂਟ ਮੈਨੇਜਰਸ ਹੁੰਦੇ ਆ, ਸੋ ਫਿਰ ਮੈਂ ਆਡੀਸ਼ਨਸ ਦੇਣਾ ਸ਼ੁਰੂ ਕਰ ਦਿੱਤਾ। ਫਿਰ ਆਈ ਰਿਮੈਂਬਰ ਕਿ ਇੱਕ ਸ਼ੈਂਪੂ ਦੀ ਐਡ ਸੀਗੀ ਕਿਸੇ ਕੰਪਨੀ ਦੇ ਨਾਲ ਮੈਂ ਕੀਤੀ ਸੀ, ਸੋ ਆਈ ਡਿਡ ਦੈਟ ਐਡ ਐਂਡ ਦੈਨ ਉਹਨਾਂ ਨੇ ਮੈਨੂੰ ਦੁਬਾਰਾ ਕਾਲ ਕੀਤਾ ਕਿ ਤੁਸੀਂ ਪੰਜਾਬੀ ਹੋ, ਪੰਜਾਬੀ ਬੋਲ ਲੈਂਦੇ ਹੋ, ਯੂ ਵਾਂਟ ਟੂ ਡੂ ਅ ਪੰਜਾਬੀ ਮੂਵੀ। I was like, I want to do a movie, you know, please. ਫਿਰ ਮੈਂ ਗਈ, ਫਿਰ audition ਦਿੱਤਾ, and ਪਹਿਲਾਂ ਤਾਂ ਮੈਂ obviously nervous ਬਹੁਤ ਸੀਗੀ, and it happens. Then I, you know, said ਮੈਨੂੰ 1 ਮਿੰਟ ਦਿਓ, ਫਿਰ ਮੈਂ ਦੁਬਾਰਾ ਉਹ dialogues audition ਕੀਤਾ, ਫਿਰ ਉਹਨਾਂ ਨੇ ਮੈਨੂੰ select ਕੀਤਾ। ਜੋ ਬਾਅਦ ਉਹਨਾਂ ਨੇ ਦੱਸਿਆ ਕਿ ਬੱਬੂ ਮਾਨ ਨਾਲ ਫਿਲਮ ਹੈ ਤੁਹਾਡੀ, you know, roughly next month ਸ਼ੁਰੂ ਹੈ। I was like ਹਾਂਜੀ ਹਾਂਜੀ ਹਾਂਜੀ, ਐਂਡ I loved it। ਏਕਮ, ਹਾਂਜੀ, ਐਂਡ I loved it ਕਿ ਉਨ ਦਿਨਾਂ ਵਿੱਚ ਮੈਂ ਰੈਂਡਮਲੀ ਫਾਰਮਰ ਸੁਇਸਾਈਡ ਤੇ ਬਸ ਪੜ੍ਹ ਰਹੀ ਸੀਗੀ ਕਿ ਇੰਡੀਆ 'ਚ ਆ ਵੀ ਇਟ ਵਾਜ਼ ਅ ਬਿਗ ਥਿੰਗ, ਫਾਰਮਰ ਪਤਾ ਨਹੀਂ ਕਿੰਨੇ ਲੱਖਾਂ ਵਿੱਚ ਫਾਰਮਰਸ ਸੁਇਸਾਈਡ ਕਰ ਰਹੇ ਸੀ। ਤਾਂ ਮੈਂ ਇੱਕ ਕੇਸ ਪੜ੍ਹ ਰਹੀ ਸੀਗੀ ਜਸਟ ਰੈਂਡਮਲੀ ਕਿ ਇੱਕ ਫਾਰਮਰ ਨੇ ਆਈ ਥਿੰਕ 15 ਜਾਂ 10,000 ਰੁਪਏ ਪਿੱਛੇ ਆਤਮ ਹੱਤਿਆ ਕਰ ਲਈ, ਬਿਕਾਜ਼ ਉਹਦੇ ਤੋਂ ਆੜਤੀ ਨੂੰ ਦੇ ਨਹੀਂ ਹੋ ਰਿਹਾ ਸੀਗਾ ਫॉर ਅ ਲੌਂਗ ਟਾਈਮ, ਤੇ ਉਹ ਤੰਗ ਹੋ ਰਿਹਾ ਸੀਗਾ। ਐਂਡ ਦੈਨ ਰੈਂਡਮਲੀ ਜਦੋਂ ਏਕਮ ਮਾਈ ਫਰਸਟ ਮੂਵੀ ਮੇਰੇ ਕੋ ਆਏ, ਐਂਡ ਵਨ ਆਈ ਹਰਡ ਦ ਨਰੇਸ਼ਨ ਐਂਡ ਆਈ ਵਾਜ਼ ਲਾਈਕ ਓ ਮਾਈ ਗॉड, ਇਟਸ ਦ ਸੇਮ ਥਿੰਗ, ਯੂ ਨੋ, ਇਟਸ ਅ ਸਬਜੈਕਟ, ਇਟਸ ਅ ਮੁੱਦਾ। ਆਈ ਵਾਜ਼ ਲਾਈਕ ਯੈਸ ਪਲੀਜ਼, ਮੈਂ ਤਾਂ ਇਹ ਕਰਾਂਗੀ। ਐਂਡ ਮੇਰੀ ਫਿਰ ਉੱਥੋਂ ਇਹੀ ਕੋਸ਼ਿਸ਼ ਰਹੀ ਹੈ ਕਿ ਡਜ਼ਨਟ ਮੈਟਰ ਕਿ ਮੈਂ ਕਿਹੜੀ, ਮਤਲਬ ਇਟਸ ਨॉट ਇੰਪੋਰਟੈਂਟ ਕਿ ਮੈਂ ਬਹੁਤ ਜ਼ਿਆਦਾ ਮੂਵੀਜ਼ ਕਰਾਂ, ਬਟ ਮੈਂ ਕੋਸ਼ਿਸ਼ ਕਰਾਂ ਕਿ ਆਈ ਕੈਨ be part of cinema ਜੋ contribute ਕਰਦਾ to ਪੰਜਾਬੀ cinema ਕਿ ਇਹ this is nice, like moral of the story, ਮੁੱਦਾ orientated, ਮੇਰੀ ਕੋਸ਼ਿਸ਼ ਰਹੀ ਹੈ। so that's why I did like ਰੱਬ ਦਾ ਰੇਡੀਓ, ਅਰਦਾਸ, Six Siege, ਹੁਣ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, and other films that like ਖਿਦੋ ਖੁੰਡੀ, like ਮੈਨੂੰ ਵੀ ਨਹੀਂ ਪਤਾ ਸੀ ਖਿਦੋ ਖੁੰਡੀ is like hockey। I was like okay, so yeah, ਵੱਡਾ ਕਰ yeah of course, ਹਾਂਜੀ। ਇੱਕ ਹੋਰ question। yes please। ਸੋ obviously ਇਸ ਮੂਵੀ 'ਚ ਤੁਸੀਂ ਸਾਰੇ ਫੇਜ਼ਸ ਦਿਖਾਏ ਹੋਣੇ ਆ, ਤੁਸੀਂ ਮੋਟੀਵੇਸ਼ਨ ਵੀ ਦਿਖਾਈ ਹੋਣੀ ਹੈ, ਇਹ ਵੀ ਦਿਖਾਇਆ ਕਿ ਜਦ Struggles, ਸਟੂਡੈਂਟ yeah। ਸਾਰੇ ਸਟਰਗਲਸ ਕਰ ਰਹੇ ਨੇ, ਫਨ ਵੀ ਦਿਖਾਇਆ ਹੋਣਾ, ਤੁਸੀਂ ਕਰੈਕਸ਼ਨ ਆਫਿਸਰ ਹੋ ਕੇ ਉਹਨਾਂ ਨੂੰ ਡਾਂਟ ਰਹੇ ਹੋ ਵੀ ਦਿਖਾਇਆ ਹੋਣਾ। ਸਭ ਤੋਂ ਫਨ ਪਾਰਟ ਕਿਹੜਾ ਸੀ? ਇਟ ਵਾਸ ਕਿ ਜੋ ਜਦੋਂ ਫਨ ਕਰ ਰਹੇ ਨੇ, ਇੰਜੋਏ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਡਾਂਟ ਰਹੇ ਹੋ, ਤੁਹਾਡੇ ਸਾਹ ਨਾਲ ਸਭ ਤੋਂ ਫਨ, ਸਭ ਤੋਂ ਉਹ ਆਈ ਥਿੰਕ ਉਹੀ ਸੀਗਾ ਕਿ ਕੌਣ ਕਿਹਨੂੰ ਜ਼ਿਆਦਾ ਤੰਗ ਕਰ ਸਕਦਾ ਹੈ। ਸੋ ਆਈ ਥਿੰਕ ਮੇਰੇ ਲਈ ਸਭ ਤੋਂ ਫਨੀ ਪਾਰਟ ਇਹ ਸੀਗਾ ਬਿਕਾਜ਼ ਦੇ ਸੋ ਜਿਹੜੇ ਇੰਨੇ ਪਖੰਡੀ ਆ ਨਾ ਉਹ ਦ ਨੇਬਰਸ, ਰਾਈਟ। ਤੇ ਇੱਕ ਸੀਨ ਵਿੱਚ ਕੀ ਹੁੰਦਾ ਹੈ ਕਿ ਮੈਂ ਗੁੱਸੇ 'ਚ ਆ ਕੇ ਉਹਨਾਂ ਦੀ ਗੱਡੀ ਭੰਨ ਦਿੰਦੀ ਹਾਂ, ਠੀਕ ਹੈ। ਐਂਡ ਦ ਨੈਕਸਟ ਡੇ ਉਹਨਾਂ ਨੇ ਗਾਰਡਨ ਵਿੱਚ ਫਿਊਨਰਲ ਵਾਲਾ ਉਹ ਰੱਖਿਆ ਹੋਇਆ, ਮਾਹੌਲ ਰੱਖਿਆ ਹੋਇਆ, ਚਿੱਟੇ ਕੁੜਤੇ ਪਾ ਕੇ ਗੱਡੀ ਦੇ ਟਾਇਰ ਦੀ ਫੋਟੋ ਲਾਈ ਹੋਈ ਹੈ, ਤੇ ਟਾਇਰ ਦੇ ਉੱਤਰ ਉਹਨਾਂ ਨੇ ਚਿੱਟੀ ਚਾਦਰ ਪਾਈ ਹੋਈ ਹੈ, ਐਂਡ ਕੀਰਨੇ ਪਾ ਰਹੇ ਨੇ, ਐਂਡ ਮਾਈ ਹੋਲ ਫੈਮਿਲੀ ਇਜ਼ ਵਾਚਿੰਗ ਦਮ, ਯੂ ਨੋ, ਥਰੂ ਫਰਮ ਦ ਬਾਲਕਨੀ। ਐਂਡ ਦੈਨ ਲਾਈਕ ਨਿਮਰ ਰਿਸ਼ੀ ਮੈਮ ਥੋੜੇ ਸੌਫਟ ਹੋ ਜਾਂਦੇ ਕਿ ਵਿਚਾਰੇ ਪੰਜਾਬੀ ਨੇ, ਆਪਣੇ ਮੁੰਡੇ ਨੇ। ਐਂਡ ਮੈਂ ਉਹਨਾਂ ਨੂੰ ਕਹਿ ਰਹੀ ਕਿ ਮੰਮਾ ਪਤਾ ਹੈ ਕਿ ਮੈਂ ਵਕੀਲ ਆ, ਉਸ ਉਹਨਾਂ ਨੂੰ ਪਤਾ ਹੈ ਕਿ ਇੰਸ਼ੋਰੈਂਸ ਨੇ ਕਵਰ ਕਰ ਦੇਣਾ, ਐਵੇਂ ਡਰਾਮੇ ਕਰ ਰਹੇ ਨੇ। ਸੋ ਦੈਟ ਵਾਜ਼ ਫਨ ਬਿਕਾਜ਼ ਦੇ ਵਰ ਵੈਰੀ ਓਵਰ ਦ ਟੌਪ। ਮੈਨੂੰ ਉਹ ਸੀਨ ਹੀ ਬਹੁਤ ਫਨੀ ਲੱਗਿਆ ਕਿ ਲਾਈਕ
ਗॉड ਟਾਇਰ ਨੂੰ ਲੈ ਕੇ ਮਾਤਮ ਸਟਾਈਲ ਸਾਰਿਆਂ ਦਾ ਆਪਣਾ ਆਪਣਾ ਸੀ ਹੈ ਮੇਰਾ ਵਧੀਆ ਲੱਗਦਾ। yeah that was the most fun scene ਹਾਂਜੀ ਪਿੱਛੇ ਸੋ ਜਿਵੇਂ ਬਲਜਿੰਦਰ ਕੌਰ ਜੀ ਨੇ ਕਿਹਾ ਕਿ ਕਾਫੀ ਡਿਫਰੈਂਸਿਸ ਆ ਚੁੱਕੇ ਆ ਕਿ ਸਟੂਡੈਂਟਸ ਦੇ ਵਿੱਚ ਤੇ ਪੱਕਿਆਂ ਦੇ yeah ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੂਵੀ ਦੇਖਣ ਤੋਂ ਬਾਅਦ ਕੀ ਇੰਪੈਕਟ ਕ੍ਰੀਏਟ ਹੋਏਗਾ ਕਿ ਸਟੂਡੈਂਟ ਦੇ ਜਾਂ ਪੱਕਿਆਂ ਦੇ ਵਿੱਚ ਕੋਈ ਕਲੋਜ਼ ਹੋਣਗੇ ਜਾਂ ਉਹਨਾਂ ਦੇ ਡਿਫਰੈਂਸਿਸ ਕਲੀਅਰ ਹੋਣਗੇ ਉਹ ਆਪਣੇ ਪੱਖ ਸਮਝ ਜਾਣਗੇ ਐਂਡ ਦੂਸਰੇ ਦਾ ਪੱਖ ਵੀ ਮੈਨੂੰ ਲੱਗਦਾ ਸਮਝਦਾਰ ਹੋਣ ਤਾਂ ਸਮਝ ਜਾਣਗੇ ਦੇ ਅੰਡਰਸਟੈਂਡ ਡਿਫਰੈਂਟ ਵਿਊ ਪੁਆਇੰਟਸ ਕਦੇ ਕਦੇ ਆਪਾਂ ਨੂੰ ਪਤਾ ਹੁੰਦਾ ਆ ਬਟ ਵੀ ਨੀਡ ਅ ਰਿਮਾਈਂਡਰ ਸੋ ਮੇਬੀ ਆਈ ਥਿੰਕ ਜਸਟ ਥੋੜਾ ਜਿਹਾ ਅੱਛਾ ਦਿਸ ਇਜ਼ ਹਾਊ ਦੇ ਫੀਲ ਉਹ ਥੋੜਾ ਜਿਹਾ ਹੋਵੇਗਾ ਦਿਖਾਇਆ ਗਿਆ ਸਾਨੂੰ yeah we've tried our best ਮੂਵੀ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਸਿਮਿਲਰ ਚੱਲਦੀਆਂ ਹੋਣਗੀਆਂ ਕੋਈ ਤੁਸੀਂ ਕਿਹਾ ਤੁਹਾਡਾ ਕਰੈਕਟਰ ਅਲੱਗ ਆ ਤੁਹਾਡਾ ਅਲੱਗ ਆ ਉਹ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਫਿਲਮ ਨੂੰ ਜਸਟੀਫਾਈ ਕਰਨਗੀਆਂ ਐਟ ਦ ਐਂਡ ਕਿਉਂਕਿ ਕੱਲੀ ਕਹਾਣੀ ਅਲੱਗ ਚੱਲ ਰਹੀ ਹੋਣੀ but it's all intertwined subject ਇੱਕੋ ਹੀ ਆ it's like students versus ਪੱਕੇ ਉਹ students ਦੀ ਹੀ ਕਹਾਣੀ ਹੈ and ਪੱਕਿਆਂ ਦੀ ਹੀ ਕਹਾਣੀ ਵਿਆਹ ਹੈ ਤੇ so ਕੁਆਰੇ ਸਾਰੇ ਨੂੰ ਹੀ ਕਹਾਣੀ ਕਹਿ yeah it's it will be justified because ਸਾਰੇ intertwined ਨੇ yeah ਤੁਸੀਂ ਬੇਸਿਕਲੀ ਕਿਸੇ ਨਾ ਕਿਸੇ ਇਹੋ ਜਿਹੇ ਸੈਂਸਿਟਿਵ ਇਸ਼ੂ ਦੇ ਉੱਤੇ ਗੱਲ ਕਰਦੇ ਹੋ ਮੂਵੀਆਂ ਤੁਹਾਡੀ ਇਦਾਂ ਦੀਆਂ ਹੁੰਦੀਆਂ ਹਮੇਸ਼ਾ ਬੜੀਆਂ ਵਧੀਆ ਹੁੰਦੀਆਂ ਐਂਡ ਤੇ ਬੜਾ ਵਧੀਆ ਮੈਸੇਜ ਵੀ ਦੇ ਕੇ ਜਾਂਦੀਆਂ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਕੰਮ ਵੀ ਕਰਦੇ ਹੋ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ thank you ਕੋਈ ਆਉਣ ਵਾਲਾ ਪ੍ਰੋਜੈਕਟ ਮਾਈਂਡ ਦੇ ਵਿੱਚ ਚੱਲਦਾ ਵਾਈਲਡ ਮੂਵੀ ਕਰਦਿਆਂ ਕੁਝ ਹੋਰ ਬੜੇ ਮੁੱਦੇ ਕੈਨੇਡਾ ਦੇ ਸਾਹਮਣੇ ਆਏ ਹੋਣ ਕਿ ਮੂਵੀ ਕਰਦਿਆਂ ਦੌਰਾਨ ਕੁਝ ਹੋਰ ਚੱਲ ਰਿਹਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਸੋਚ I think I would want to do a motivational film on students in the sense कि like ਜੋ ਐਕਚੁਅਲ ਵਿੱਚ ਉਹ ਸਟਰਗਲਸ ਫੀਲ ਕਰਦੇ ਨੇ ਜੋ ਸਾਹਮਣੇ ਨਹੀਂ ਅਸੀਂ ਇਸ ਮੂਵੀ ਵਿੱਚ ਨਹੀਂ ਲੈ ਕੇ ਆ ਪਾਏ ਬਟ ਉਹਨੂੰ ਇਦਾਂ ਨਹੀਂ ਕਿ ਉਹ ਵਿਚਾਰੇ ਉਹਨੂੰ ਇਦਾਂ ਮੋਟੀਵੇਸ਼ਨਲ ਬਣਾ ਦਿਓ ਦੈਟ ਕਿ ਬਹੁਤ ਸਾਰਾ ਸਟਰਗਲ ਕਰਕੇ ਵੀ ਐਟ ਦੀ ਐਂਡ ਆਫ ਦ ਡੇ ਤੁਸੀਂ ਅਚੀਵਰਸ ਬਣ ਸਕਦੇ ਹੋ ਐਂਡ ਕੁਝ ਅਚੀਵ ਕਰ ਸਕਦੇ ਹੋ ਮੈਂ ਇਦਾਂ ਦੀ ਕੋਈ ਰੀਅਲ ਸਟੋਰੀ ਪਾਲਣਾ ਚਾਹਾਂਗੀ ਕਿ ਸਟੂਡੈਂਟ ਇੱਥੇ ਆਇਆ ਵਿਦ ਜ਼ੀਰੋ ਐਂਡ ਅੱਜ ਉਹ ਬਹੁਤ ਹੀ ਕੁਝ ਕੋਈ ਵੱਡੀ ਕੰਪਨੀ ਦਾ CEO ਹੈ ਐਂਡ ਜਾਂ ਕੁਝ ਆਪਣਾ ਬਿਲਡਰ ਹੈ ਜਾਂ ਕੁਝ ਆਪਣਾ ਬਿਜ਼ਨਸ ਹੈ ਜੋ ਬਹੁਤ ਉਹਨੇ ਸਕਸੈਸਫੁਲ ਕਰ ਲਿਆ ਬਟ ਆਈ ਵੁੱਡ ਵਾਂਟ ਟੂ ਨੋ ਦ ਰੀਅਲ ਸਟਰਗਲਸ ਐਂਡ ਦ ਰੀਅਲ ਡਿਫਿਕਲਟੀਜ਼ ਦ ਪਰਸਨ ਫੇਸਡ ਯਾ ਕੋਈ ਹੈਗਾ ਤਾਂ ਮੈਨੂੰ ਪਲੀਜ਼ ਕੰਟੈਕਟ ਕਰਿਓ ਹੈਗਾ ਅੱਛਾ ਠੀਕ ਹੈ ਓਕੇ ਵਿਲ ਟਾਕ ਲੇਟਰ ਸਾਰੇ ਕੁਐਸਚਨ ਕਲੀਅਰ ਹੋ ਗਏ ਹਾਂਜੀ ਅੰਤ ਚ ਇਹ ਥੋੜਾ ਦੱਸ ਦਿਓ ਕਿ ਫਿਲਮ ਜਿਹੜੀ ਹੈ ਵਰਲਡ ਵਾਈਡ ਰਿਲੀਜ਼ ਹੋਣੀ ਕਿੱਦਾਂ No, basically because of ਆਪਣੇ ਬਿਊਟੀਫੁਲ ਪਾਕਿਸਤਾਨੀ ਐਕਟਰਸ ਸੋ ਇੰਡੀਆ 'ਚ ਹਜੇ ਨਹੀਂ ਹੋ ਰਹੀ ਜਦੋਂ ਹੀ ਇੰਡੀਆ 'ਚ ਹੋਪਫੁਲੀ ਬੈਨ ਲਿਫਟ ਹੋ ਜਾਏਗਾ ਫਿਰ ਇੰਡੀਆ 'ਚ ਰਿਲੀਜ਼ ਹੋਵੇਗੀ ਐਜ਼ ਵੈਲ ਰਾਈਟ ਨਾਓ ਅਦਰਵਾਈਜ਼ ਐਵਰੀਵੇਅਰ ਐਲਸ ਓਵਰਸੀਜ਼ ਹਾਂਜੀ ਓਵਰਸੀਜ਼ ਜਿਵੇਂ ਕਿ ਤੁਸੀਂ ਜਦ ਮੂਵੀ ਕਰਦੇ ਹੋ ਸੋ ਬੇਸਿਕਲੀ ਯੂ ਲਿਵ ਦੈਟ ਲਾਈਫ ਫॉर ਲਾਈਕ a year 6 months ਜਿੰਨਾ ਵੀ ਹੁੰਦਾ ਹੈ ਤੇ ਫਿਊਚਰ ਦੇ ਅੰਦਰ ਜੇ from your family ਅਗਰ ਕੋਈ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਜਾਏ ਬਾਹਰ ਸੋ ਕੀ ਤੁਸੀਂ ਉਹਨਾਂ ਨੂੰ ਐਡਵਾਈਸ ਦਿਓ ਕਿ ਕਿਵੇਂ ਕਰਨਾ ਹੈ ਔਰ ਸਪੋਜ਼ ਅਗਰ ਤੁਸੀਂ ਜਾਂਦੇ ਐਜ਼ ਇੰਟਰਨੈਸ਼ਨਲ ਸਟੂਡੈਂਟ ਆਪਣੇ ਟਾਈਮ ਤੇ ਤੁਹਾਡੇ ਕੀ ਵਿਊਜ਼ ਬੇਸਿਕਲੀ My views, I think, would be that you have to control your urge to lose the sight of what the actual bigger picture is, the bigger goal. Sometimes upon temporary gratification ਲਈ and temporary fun ਲਈ ਆਪਾਂ ਜਿਹੜੀ bigger goal ਹੈ ਉਹਨੂੰ ਆਪਾਂ ਨਹੀਂ ਦੇਖਦੇ so I would say to myself and I would say to the international student ਕਿ ਪਹਿਲਾਂ goal ਬਣਾ ਲਓ ਫਿਰ ਆਪਣੇ ਆਪ ਨੂੰ ਇੱਕ time limit ਜਾਂ deadline ਦੇ ਦਿਓ ਫਿਰ ਉਹਦੇ ਤੇ work ਕਰੋ and ਇਹ ਨਾ ਸੋਚੋ ਕਿ like ਮੈਂ 1 ਸਾਲ ਕੀਤਾ 2 ਸਾਲ ਕੀਤੇ 3 ਸਾਲ ਕੀਤੇ ਸਮਾਂ ਬਹੁਤ ਛੇਤੀ ਲੰਘ ਰਿਹਾ ਹੈ I can't believe it's 2025 so I would just say that ਆਪਣਾ ਇੱਕ ਮਤਲਬ ਕੀ ਕਹੀਦਾ ਲਾਈਕ ਸਿੰਗਲ ਮਾਈਂਡਡ ਫੋਕਸ ਰੱਖ ਕੇ ਆਪਣੇ ਡ੍ਰੀਮਸ ਅਚੀਵ ਕਰੋ ਐਂਡ ਇਟਸ ਨਾਟ ਈਜ਼ੀ ਡੋਂਟ ਲੂਜ਼ ਹੋਪ ਐਂਡ ਡੋਂਟ ਲੂਜ਼ ਸਾਈਟ ਕਦੇ ਆਪਾਂ ਆਪਣੇ ਜਿਹੜੇ ਆਸ-ਪਾਸ ਹੁੰਦੇ ਨੇ ਨਾ ਫਿਰ ਆਪਾਂ ਉਹਨਾਂ ਨੂੰ ਬਲੇਮ ਕਰਦੇ ਹਾਂ ਕਿ ਉਹ ਪੀਅਰ ਗਰੁੱਪ ਪ੍ਰੈਸ਼ਰ ਜਾਂ ਮੇਰੀ ਸੰਗਤ ਮਾੜੀ ਸੀ ਨਹੀਂ ਤੁਸੀਂ ਸੰਗਤ ਨੂੰ ਨਹੀਂ ਬਲੇਮ ਕਰ ਸਕਦੇ ਤੁਸੀਂ ਸੰਗਤ ਨੂੰ ਚੰਗੇ ਕਿਉਂ ਨਹੀਂ ਕੀਤਾ ਫਿਰ ਤੁਸੀਂ ਇੰਨੇ ਸਟਰੋਂਗ ਕਿਉਂ ਨਹੀਂ ਹੋਏ ਕਿ ਸੰਗਤ ਤੁਹਾਡੇ ਪਿੱਛੇ ਲੱਗ ਗਈ
You know, you can't blame other people. ਤੁਹਾਡੀ ਜ਼ਿੰਦਗੀ 100% ਤੁਹਾਡੀ ਰਿਸਪੌਂਸਿਬਿਲਿਟੀ ਹੈ, ਤੁਹਾਡੇ ਐਕਸ਼ਨਸ ਤੁਹਾਡੀ ਰਿਸਪੌਂਸਿਬਿਲਿਟੀ ਹੈ। ਤੁਸੀਂ ਕਿਸੇ ਦੂਸਰੇ ਨੂੰ ਨਹੀਂ ਬਲੇਮ ਕਰ ਸਕਦੇ ਕਿ ਉਹਦੇ ਕਰਕੇ ਮੈਂ ਪੀਣ ਲੱਗ ਪਿਆ, ਉਹਦੇ ਕਰਕੇ ਮੈਂ all of the no. Yeah, you can't do that. Yeah, that's like ਇੱਕ ਕਮਜ਼ੋਰੀ ਹੁੰਦੀ ਹੈ ਇਨਸਾਨ ਦੀ, so don't be ਕਮਜ਼ੋਰ, be strong. ਮੈਸੇਜ ਕੀ ਹੋਊਗਾ ਕੈਨੇਡੀਅਨਸ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਮੂਵੀ ਦੇਖਣ ਜਾਂਦੇ ਨੇ, ਕੀ ਅਪੀਲ ਹੋਊਗੀ? I would say go watch the movie with your families, with your friends. Students that ਇਕੱਠੇ ਹੀ ਜਾਣ, they will enjoy it. And it's basically Punjabi cinema ਇੱਕ ਉਸ point ਤੇ ਆ that we've grown but we are still growing. And ਸਭ ਤੋਂ ਜ਼ਿਆਦਾ ਸਪੋਰਟ I think Canada, Australia, but ਸਭ ਤੋਂ ਜ਼ਿਆਦਾ ਸਪੋਰਟ Canada ਤੋਂ ਮਿਲਦੀ ਹੈ at the box office, ਜਿੱਥੇ the movie actually ends up making money, ਤਾਂ ਕਿ ਅਸੀਂ ਹੋਰ movies ਬਣਾ ਸਕੀਏ. We are a growing industry, so we need the support, we need the love. So movie ਜਾ ਕੇ ਜ਼ਰੂਰ ਦੇਖਿਓ and ਤੁਹਾਨੂੰ ਆਪਣੀ ਹੀ ਕਹਾਣੀ ਲੱਗੇਗੀ. It's not like I'm saying go watch my movie and end of story. It's a very relevant story, it's a Canadian story, and do support Punjabi cinema like you have. Thank you. Thank you. Last question. Yes. Sorry. No, please. So obviously excitement ਤਾਂ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਆ ਗਈ ਹੈ ਮੂਵੀ ਦੇਖਣ ਵਾਸਤੇ, because it showcases a real scenario, real story, and everybody wants to see themselves in the movie, right? ਕਿ ਸਾਡਾ ਵੀ ਇਹ scenario ਸੀ, ਤੇ ਇਹਦਾ ਕੋਈ part 2 ਵੀ ਆਉਣ ਦਾ ਕੋਈ plan ਹੈਗਾ ਜਾਂ ਕੋਈ ਹੋਰ scenario ਦਾ? Hopefully, if this one does well, you know, if this one makes the money and then audiences ਨੂੰ ਵਧੀਆ ਲੱਗੇਗੀ, then definitely, yeah. Okay, sounds good. Thank you. ਤੁਹਾਡੀ ਸਟੋਰੀ ਹੋਵੇਗੀ ਨਾ part 2, ਹੈ ਨਾ? ਠੀਕ ਹੈ। Thank you. ਠੀਕ ਹੈ ਜੀ, thank you so much. ਮੈਨੂੰ ਕਿਹਾ I know, right? ਹਾਂ, ਸਬੂਤ ਰੱਖ ਲਿਆ। ਥੈਂਕ ਯੂ ਸੋ ਮਚ brother. ਤੁਹਾਡਾ ਆਉਣ ਦੇ ਲਈ, ਤੇ ਆਪਾਂ ਹੁਣ ਜੇ ਸ਼ੁਕਰੀਆ 1 by 1 ਬਹੁਤ। ਵੀ ਆਪਾਂ ਕਰਨਾ ਚਾਹੁੰਦੇ ਕਰ ਸਕਦੇ ਹਾਂ। ਮੈਂਡੀ ਤੱਖਰ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ is releasing on the 22nd of August. Please go watch it with your families. ਜਾ ਕੇ ਜ਼ਰੂਰ ਦੇਖਿਓ। Thank you. ਆਪਣੀ ਮੈਂਡੀ ਤੱਖਰ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਆਈ ਥਿੰਕ ਹੁਣ ਹੋ ਚੁੱਕੀ ਹੈ, ਸੋ ਜਾ ਕੇ ਆਪਣੀ ਫੈਮਲੀਜ਼ ਨਾਲ, ਸਟੂਡੈਂਟਸ ਆਪਣੇ ਫਰੈਂਡਸ ਨਾਲ ਜਾ ਕੇ ਜ਼ਰੂਰ ਦੇਖਿਓ। ਥੈਂਕ ਯੂ। ਹੁਣ ਸਾਰੇ ਪਰਿਵਾਰਾਂ ਦੇ ਨਾਲ ਜਿਵੇਂ ਛੁੱਟੇ ਦੇਖੋ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। ਕਿੰਨੀ ਤੁਹਾਨੂੰ ਅੱਛੀ ਲੱਗੀ, ਥੈਂਕ ਯੂ। ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਟਾਈਮ ਚੋਂ ਟਾਈਮ ਕੱਢ ਕੇ ਟਾਈਮ ਤੇ ਟਿਕਟਾਂ ਲੈ ਕੇ ਟਾਈਮ ਤੇ ਪਹੁੰਚ ਕੇ ਫਿਲਮ ਦਾ ਆਨੰਦ ਮਾਣੋ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਜਿਉਂਦੇ ਵਸਦੇ ਰਹੋ। ਸੋ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਤੁਹਾਡੀ ਹੀ ਕਹਾਣੀ ਹੈ ਸਟੂਡੈਂਟਸ ਦੀ ਤੇ ਬੱਚਿਆਂ ਦੀ। ਸੋ ਜੋ ਨੋਕ ਝੋਕ, ਜੋ ਪਿਆਰ, ਜੋ ਨਫ਼ਰਤ ਵੀ ਐਟ ਟਾਈਮਸ ਤੁਹਾਡੇ ਵਿਚਕਾਰ ਪੈਦਾ ਹੋ ਜਾਂਦੀ ਹੈ। ਆਈ ਥਿੰਕ ਮੂਵੀ ਦੇਖ ਕੇ ਬਹੁਤ ਵਧੀਆ ਲੱਗੇਗਾ, ਆਪਣੀ ਹੀ ਕਹਾਣੀ ਲੱਗੇਗੀ। ਸੋ ਜਾ ਕੇ ਜ਼ਰੂਰ ਦੇਖਿਓ। ਥੈਂਕ ਯੂ ਵੈਰੀ ਮਚ। ਥੈਂਕ ਯੂ ਇਹ ਕਹਾਣੀ ਹੈ ਐਂਡ ਕੈਨੇਡਾ ਦੀ ਕਹਾਣੀ ਹੈ। ਸੋ ਜਾ ਕੇ ਜ਼ਰੂਰ ਦੇਖਿਓ। Thank you so much.